ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਸ਼ੁਭ ਨਾਮ ਦੱਸੋ ਜੀ। ਜਰਨੈਲ ਸਿੰਘ, ਇਸ ਵੇਲੇ ਤੁਸੀਂ ਕਿੱਥੇ ਰਹਿ ਰਹੇ ਜੀ? ਗੋਇੰਦਵਾਲ ਸਾਹਿਬ। ਜੀ। ਤੇ ਤੁਹਾਡਾ ਜਨਮ ਫਿਰ ਕਿਸ ਸ਼ਹਿਰ ਹੋਇਆ ਸੀ? ਇਹ ਪਾਕਿਸਤਾਨ ਚ ਪਿੰਡ ਲਲਿਆਣੀ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ। ਲਾਹੌਰ ਤੋਂ ਆਏ ਜੀ ਤੁਸੀਂ? ਹਾਂਜੀ। ਠੀਕ ਹੈ ਜੀ। ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਜੀ, ਤੁਹਾਡਾ ਜ਼ਿੰਦਗੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ, ਕਿੱਥੋਂ ਕਿੱਥੋਂ ਗੁਜ਼ਰ ਕੇ ਤੁਸੀਂ ਆਏ, ਗੋਇੰਦਵਾਲ ਸਾਹਿਬ ਤੱਕ ਕਿਵੇਂ ਪਹੁੰਚੇ, ਉਹ ਸਾਰੀ ਕਹਾਣੀ ਹਾਂਜੀ। ਕੀ ਸਾਨੂੰ ਅੱਜ ਸੁਣਾਉਣੀ ਹੈ ਮੈਂ 7ਵੀਂ ਕਲਾਸ ਚ ਪੜ੍ਹਦਾ ਸੀ ਜਦੋਂ ਪਾਕਿਸਤਾਨ ਬਣਿਆ ਜੀ। ਤੇ 16 ਅਗਸਤ ਨੂੰ ਸਾਡੇ ਘਰ ਤੇ ਪਾਕਿਸਤਾਨ ਦੀ ਲੀਗ ਮਿਲਟਰੀ ਤੇ ਲੋਕਾਂ ਨੇ ਹਮਲਾ ਕੀਤਾ ਮਸ਼ੀਨ ਗੰਨਾਂ ਨਾਲ। ਜੀ। ਸਾਡੇ 7 ਮੈਂਬਰ ਜਿਹੜੇ ਨੇ ਨਾ ਉਹ ਉੱਥੇ ਸ਼ਹੀਦ ਹੋ ਗਏ। ਜਿੰਨਾ ਵੀ ਚਾਰ ਦੀਵਾਰੀ ਦੇ ਅੰਦਰ ਇਹ 7 ਮੈਂਬਰ ਜਿਹੜੇ ਹੈਗੇ ਸੀ ਉਹਨਾਂ ਚੋਂ ਕੋਈ ਨਹੀਂ ਬਾਹਰ ਨਿਕਲਿਆ। ਮੈਨੂੰ ਮੇਰੀ ਮਾਂ ਨੇ ਮੇਰੇ ਮਾਮੇ ਨਾਲ ਇੱਕ ਦਿਨ ਪਹਿਲੋਂ ਘੋੜੀ ਤੇ ਚੜਾ ਕੇ ਘੱਲ ਦਿੱਤਾ ਸੀ ਵੀ ਮੇਰਾ ਕੋਈ ਨਾ ਕੋਈ ਬਚ ਰਹੇਗਾ। ਹਾਲਾਤ ਖਰਾਬ ਸਨ ਜੀ। ਤੇ ਮੈਂ ਨਾਨਕਿਆਂ ਵਾਲਾ ਇੱਧਰ ਆ ਗਿਆ। ਕਿਹੜਾ ਪਿੰਡ ਸੀ ਨਾਨਕਿਆਂ ਦਾ ਜੀ? ਜੱਬੋ ਮਹਿਲ, ਜੀ। ਤਹਿਸੀਲ ਕਸੂਰ ਚ ਹੀ ਉਹ ਪਿੰਡ ਸੀ। ਹੁਣ ਇਸ ਵੇਲੇ ਉਹ ਪਿੰਡ ਉਹ ਵੀ ਪਾਕਿਸਤਾਨ 'ਚ ਹੀ ਹੈ ਉਹ ਵੀ ਪਾਕਿਸਤਾਨ ਚ ਹੀ। ਜੀ। ਲਲਿਆਣੀ ਪਿੰਡ ਬਾਰੇ ਥੋੜੀ ਜਿਹੀਆਂ ਗੱਲਾਂ ਕਰ ਲਈਏ। ਹਾਂਜੀ ਕਿਹੜੇ ਕਿਹੜੇ ਲੋਕ ਉੱਥੇ ਵੱਸਦੇ ਸਨ, ਆਸੇ ਪਾਸੇ ਕਿਹੜੇ ਪਿੰਡ ਸਨ, ਇਹ ਸਾਰੀਆਂ ਗੱਲਾਂ ਆਪਾਂ ਕਰ ਲਈਏ ਪਹਿਲਾਂ। ਹਾਂਜੀ। ਇਹ ਭੁੱਲਰ ਗੋਤੀ ਦਾ ਪਿੰਡ ਸੀ, ਸਾਰੇ ਪਿੰਡ ਹੀ? ਸਾਰਾ ਪਿੰਡ ਹੀ। ਜੀ। ਆਲੇ ਦੁਆਲੇ ਵੀ ਅਮੂਮਨ ਭੁੱਲਰ ਗੋਤੀ ਦੇ ਹੀ ਪਿੰਡ ਸਨ। ਸਰੈਚ, ਰਾਏ, ਪਾਂਡੋਕੇ, ਗਲਵੇਲਾ, ਦਫਤੂ ਤੇ ਵਡਾਣੇ, ਚੜੇਵਾਨ, ਲਖਨੇ ਕੇ, ਵੱਡੀ ਸਰਿਆਲੀ, ਨਿੱਕੀ ਸਰਿਆਲੀ, ਕਤਲੂਈ ਤੇ ਰਾਜੋ ਕੇ ਵਗੈਰਾ, ਸਾਰੇ ਭੁੱਲਰਾਂ ਦੇ ਪਿੰਡ? ਇਹ ਸਾਰੇ ਭੁੱਲਰਾਂ ਦੇ ਪਿੰਡ। ਇਹ ਸਾਰੇ ਜਿਹੜੇ ਭੁੱਲਰ ਸੀਗੇ ਤਕਰੀਬਨ ਸਾਰੇ ਸਿੱਖ ਸੀਗੇ ਜੀ? ਕਰੀਬਨ ਸਿੱਖਾਂ ਦੇ ਪਿੰਡ ਸੀਗੇ। ਉਹਨਾਂ ਦੇ ਵਿੱਚ ਕੁਝ ਮੁਸਲਮਾਨ ਜਿਹੜੇ ਬਣੇ ਨੇ ਚੌਧਰੀ ਹੈਗੇ ਸੀ। ਕਿਹਨਾਂ ਕਿਹਨਾਂ ਪਿੰਡਾਂ 'ਚ ਭੁੱਲਰ ਮੁਸਲਮਾਨ ਬਣੇ ਸੀ, ਕੋਈ ਯਾਦ ਨਹੀਂ ਤੁਹਾਨੂੰ? ਲਲਿਆਣੀ ਚ ਕੁਝ ਘਰ ਸੀ, 2-3 ਹੀ ਬਸ। ਜਿਹੜੇ ਮੁਸਲਮਾਨ ਭੁੱਲਰ ਵਾਲੇ ਸੀ? ਆਲੇ ਦੁਆਲੇ ਚ ਜਿਹੜੇ ਨੇ ਭੁੱਲਰ ਘੱਟ ਹੀ ਬਣੇ ਨੇ ਮੁਸਲਮਾਨ। ਲਲਿਆਣੀ ਪਿੰਡ ਕਾਫੀ ਵੱਡਾ ਪਿੰਡ ਸੀਗਾ ਜੀ? ਇਹ 13 ਪੱਤੀਆਂ ਦਾ ਪਿੰਡ ਸੀ। ਇੱਕ ਪੱਤੀ ਬੁਰਦ ਹੋ ਗਈ ਸੀ ਤੇ 12 ਪੱਤੀਆਂ ਚੱਲਦੀਆਂ ਸੀ। ਵਾਹ ਜੀ ਵਾਹ। ਲੰਬੜਦਾਰਾਂ ਦੇ ਨਾਮ ਚੇਤੇ ਜੀ? ਕੁਝ ਨੰਬਰਦਾਰਾਂ ਦੇ ਨਾਂ ਚੇਤੇ ਨੇ। ਪੱਤੀਆਂ ਦੇ ਵੀ ਨਾਮ ਦੱਸ ਦਿਓ, ਲੰਬੜਦਾਰਾਂ ਦੇ ਵੀ। 4 ਪੱਤੀਆਂ ਸਾਡੀਆਂ ਸਨ। ਵੱਡੇ ਦੇ 4 ਪੁੱਤਰ ਸੀ ਤੇ 4 ਨੰਬਰਦਾਰ। ਜੀ ਜੀ। ਵੱਡਾ ਜਿਹੜਾ ਸੀ ਉਹਦੀ ਔਲਾਦ ਵਿੱਚੋਂ ਦੂਲਾ ਸਿੰਘ ਉਸ ਵੇਲੇ ਨੰਬਰਦਾਰ ਸੀ। ਜੀ। ਤੇ ਉਦੋਂ ਛੋਟਾ ਇਹਦੇ ਔਲਾਦ ਵਿੱਚੋਂ ਮੰਗੋਲ ਵੱਜਦੇ ਸਨ। ਉਹ ਮਾਰ ਵੱਜਦੇ ਸੀ, ਇਹ ਮੰਗੋਲ ਵੱਜਦੇ ਸਨ। ਸਰਦਾਰ ਬਾਦਸ਼ਾਹ ਨੰਬਰਦਾਰ ਸੀ। ਜੀ। ਤੇ ਉਦੋਂ ਛੋਟਾ ਸਾਡਾ ਪਰਿਵਾਰ ਸੀ। ਸਰਦਾਰ ਮੀਆਂ ਸੋ ਨੰਬਰਦਾਰ ਜਿਹੜੇ ਮੇਰੇ ਦਾਦਾ ਸਨ ਉਹ ਸਨ। ਜੀ। ਤੇ ਚੌਥੀ ਪੱਤੀ ਜਿਹੜੀ ਇਹ ਕਿਰਤੋਕੇ ਸੀ, ਉਥੋਂ ਦਾ ਨੰਬਰਦਾਰ ਅਰਜਨ ਸਿੰਘ ਸੀ। ਜੀ। 3 ਪੱਤੀਆਂ ਜਿਹੜੀਆਂ ਨੇ ਉਹ ਰਣ ਸਿੰਘ ਕੇ, ਬੇ ਕੇ ਤੇ ਜੱਸੋ ਕੇ, 3 ਪੱਤੀਆਂ ਉਹ ਸੀ। ਉਹਨਾਂ ਵਿੱਚੋਂ ਰਸੀਂਕਿਆਂ ਦਾ ਨੰਬਰਦਾਰ ਭਾਗ ਸਿੰਘ ਸੀ, ਭਗਤ ਸਿੰਘ। ਤੇ ਬੇਕਿਆਂ ਦੇ ਨੰਬਰਦਾਰ ਦਾ ਮੈਨੂੰ ਨਹੀਂ ਪਤਾ ਤੇ ਨਾ ਜੱਸੋ ਕਿਆਂ ਦਾ। ਜੀ ਜੀ। ਤੇ 3 ਪੱਤੀਆਂ ਇਹਨਾਂ ਦੀਆਂ ਨਾਥੇ ਕੇ, ਲਾਲੇ ਕੇ ਤੇ ਦਲਪਤ ਕੇ। ਜੀ ਜੀ। ਇਹਨਾਂ ਦਾ ਨਾਥੇ ਕਿਆਂ ਦਾ ਨੰਬਰਦਾਰ ਪੰਜਾਬ ਸੋਂ ਸੀ, ਬਾਕੀਆਂ ਦਾ ਮੈਨੂੰ ਨਹੀਂ ਯਾਦ ਰਿਹਾ ਕੋਈ। 2 ਪੱਤੀਆਂ ਸਾਡੇ ਨੀਵੇਂ ਪਿੰਡੀਏ ਤੇ ਭੋਲੇ ਕੇ। ਭੋਲੇਕਿਆਂ ਦਾ ਨੰਬਰਦਾਰ ਤਾਂ ਬੈਠਾ ਮੰਮੂ ਖੇੜੇ ਅਬੋਰ ਦੇ ਇਲਾਕੇ ਚ, ਫਾਜ਼ਿਲਕਾ ਚ। ਤੇ ਜਿਹੜਾ ਨੀਵੇਂ ਪਿੰਡੀਆ ਉਹ ਬਿਸ਼ਨ ਸੋ ਨੰਬਰਦਾਰ ਸੀ। ਉਹ ਖਿੱਲਰ ਕੇ ਬੈਠੇ ਨੇ, ਕੁਛ ਘਰਿਆਲੇ ਤੇ ਕੁਛ ਸਾਡੇ ਪਿੰਡ ਚ ਵੀ ਹੈਗੇ ਨੇ ਘਰ। ਜਿਹੜਾ ਤੁਹਾਡਾ ਪਿੰਡ ਮੁਕਤਸਰ ਸਾਹਿਬ ਕੋਲ? ਮੁਕਤਸਰ ਸਾਹਿਬ ਕੋਲ। ਪਿੰਡ ਦਾ ਨਾਂ ਫਰੀਦ ਕੇਰਾ, ਐਲੀਅਸ ਰਸੂਲਪੁਰ ਕੇਲਾ। ਉਂਝ ਉਹਨੂੰ ਬਲੋਚਾਂ ਵਾਲਾ ਘੇਰਾ ਵੀ ਕਹਿੰਦੇ ਨੇ। ਉਹ ਬਲੋਚ ਜਾਤੀ ਦਾ ਪਿੰਡ ਸੀ। ਜਿਹੜੇ ਉਹ ਮੁਸਲਮਾਨ ਭੁੱਲਰ ਸੀਗੇ ਜੀ, ਹਾਂਜੀ। ਉਹ ਕਿਹੜੀ ਪੱਤੀ 'ਚ ਰਹਿੰਦੇ ਸੀ? ਉਹ ਮਿਕਸ ਪੱਤੀਆਂ ਵਿੱਚੋਂ ਹੀ ਆਏ ਨੇ। ਇੱਕ ਅੱਧਾ ਘਰ ਜਿਹੜੇ ਨੇ ਉਂਝ ਉਹਨਾਂ ਦਾ ਨਾਂ ਉਸ ਵੇਲੇ ਮੈਂ ਇੱਕ ਨੂੰ ਜਾਣਨਾ, ਸਾਬਦੀਨ ਸੀ। ਸਾਬਦੀਨ? ਭੁੱਲਰ। ਤੁਹਾਡੇ ਨਾਲ ਕਿਸ ਤਰ੍ਹਾਂ ਦਾ ਮੇਲ ਜੋਲ ਸੀਗਾ ਜੀ ਉਹਨਾਂ ਦਾ? ਉਹਨਾਂ ਦਾ ਮੇਲ ਜੋਲ ਜੱਟਾਂ ਨਾਲ ਠੀਕ ਸੀ। ਉਹ ਅਜੇ ਵੀ ਜੱਟ ਗੋਤੀਆਂ ਵਿੱਚ ਹੀ ਵਿਆਹ ਕਰਾਉਂਦੇ ਨੇ। ਜਿਹੜਾ ਸਾਬਦੀਨ ਦਾ ਪੁੱਤਰ ਹੈ ਉਹ
ਪਿੰਡ ਬੁੱਤ ਵਿੱਚ ਵਿਆਹਿਆ ਸੀ ਸੰਧੂਆਂ ਵੱਲੇ। ਜੀ ਜੀ ਉਹ ਵੀ ਜੱਟ ਤੋਂ ਚੌਧਰੀ ਬਣੇ ਸੀ। ਜੀ ਜੀ। ਉਹ ਮਤਲਬ ਉਹ ਤਹਿਸੀਲ ਚੂਣੀਆਂ ਵਿੱਚ ਚਲੇ ਜਾਂਦੇ ਨੇ। ਕੁਝ ਹੋਰ ਬਰਾਦਰੀਆਂ ਵੀ ਰਹਿ ਰਹੀਆਂ ਸੀ ਪਿੰਡ 'ਚ? ਨਹੀਂ, ਜੱਟਾਂ ਦੀ ਉਹਦੇ ਵਿੱਚ ਵਸਤਰਾਂ ਦਾ ਤੇਲੀ, ਮੁਸਲਮਾਨਾਂ ਵਿੱਚੋਂ ਜੀ ਮੋਚੀ, ਜੁੱਤੀਆਂ ਸਿਉਣ ਵਾਲੇ ਜੀ ਜੀ। ਤੇ ਤੇਲੀ ਤੇ ਹੋਰ ਬਸ ਇਹਨਾਂ ਦੇ ਮੁਸਲਮਾਨਾਂ 'ਚ ਤਾਂ ਲੋਹਾਰ ਵਾਲੇ ਪੁਲਿਸ ਗਈ ਲੋਹਾਰ ਹੈਗੇ ਜਿਹੜੇ ਸੀ। ਸੀਪੀ ਵਗੈਰਾ ਦਾ ਕੰਮ, ਸੇਪੀ ਵਗੈਰਾ ਦਾ ਉਹਨਾਂ ਦੇ ਕੰਮ ਨਾਮ ਕਰਦੇ। ਯਾਦ ਨੇ ਜੀ? ਆਹੋ, ਇੱਕ ਸ਼ੇਰਾ ਲੋਹਾਰ ਸੀ, ਜੀ ਜੀ ਦੋ ਲੋਹਾਰ ਜਿਹੜੇ ਨੇ ਸ਼ੇਰੇ ਸੀ। ਮੋਚੀਆਂ ਵਿੱਚੋਂ ਮੰਮੂ ਤੇ ਇੱਕ ਦਾ ਨਾਂ ਆਪਣੇ ਯਾਦ ਭੁੱਲ ਗਿਆ ਮੈਨੂੰ, ਹੈਗਾ ਤਾਂ ਸਾਡਾ ਸੇਪੀ ਸੀ। ਪਰ ਜ਼ਮੀਨ ਕਿੰਨੀ ਕੁ ਸੀ ਜੀ ਤੁਹਾਡੀ ਉੱਧਰ? ਜ਼ਮੀਨ ਅਮੂਮਨ ਸਾਡੀਆਂ ਪੱਤੀਆਂ ਦੀ 1100 ਕਮਾ ਸੀ। ਤੇ ਇੱਕ ਬਾਵਿਆਂ ਦਾ ਪਰਿਵਾਰ ਹੈਗਾ ਸੀ ਜਿਨ੍ਹਾਂ ਨੂੰ ਆਪਣੇ ਅਕਬਰ ਦੇ ਪੁੱਤਰ ਨੇ ਜ਼ਮੀਨ ਦਿੱਤੀ ਸੀ। 100 ਕਿੱਲਾ ਜ਼ਮੀਨ ਉਹਨਾਂ ਦੀ ਵੀ ਹੈਗੀ ਸੀ। ਬੈਰਾਗੀ ਜਿਹਨਾਂ ਨੂੰ ਕਹਿੰਦੇ? ਨਹੀਂ, ਬਾਵੇ ਸੀ ਇਹ, ਬਾਵੇ ਹੀ ਕਹਿੰਦੇ ਸੀ। ਜੀ ਜੀ ਉਹਨਾਂ ਦਾ ਵੱਡਾ ਜਿਹੜਾ ਨਾ ਉਹ ਤਪ ਵਾਲਾ ਬੰਦਾ ਸੀ। ਉਹ ਲਾਹੌਰ ਗਿਆ, ਉਹਨੇ ਬੱਕਰੀਆਂ ਰੱਖੀਆਂ ਸੀ ਤੇ ਗਾਈ ਦੇ ਵਿੱਚ ਸ਼ੇਰ ਰੱਖਿਆ ਸੀ। ਜੀ ਜੀ। ਇਹ ਜਹਾਂਗੀਰ ਨੇ ਉਹਨੂੰ ਬੁਲਾਇਆ ਵੀ ਤੂੰ ਲੋਕਾਂ ਲਈ ਖਤਰਾ ਪੈਦਾ ਕਰ ਦਿੱਤਾ ਤੇ ਤੂੰ ਇੱਥੇ ਕੀ ਲੈਣ ਆਇਆ? ਉਹਨੇ ਆਖਿਆ ਵੀ ਮੈਂ ਆਇਆ ਵੀ ਤੇ ਇਹਨਾਂ ਨੂੰ ਖੁਰਾਕ ਚਾਹੀਦੀ ਹੈ। ਤੇ ਉਹ ਫਿਰ ਉਹਨੇ ਜਹਾਂਗੀਰ ਨੇ ਇਹਨਾਂ ਨੂੰ ਜਗੀਰ ਦੇ ਦਿੱਤੀ। ਇੱਥੇ ਬਾਵਿਆਂ ਵਾਲਾ ਬਾਗ ਕਰਕੇ ਵੀ ਮਸ਼ਹੂਰ ਸੀ, ਲਲਿਆਣੀ ਵਿੱਚ ਉਹਨਾਂ ਨੇ ਬਾਗ ਬੂਗ ਲਾਇਆ। ਖੇਤੀਬਾੜੀ ਪੂਰੀ ਕਰਦੇ ਸੀ? ਖੇਤੀਬਾੜੀ ਵੀ ਪੂਰੀ ਉਹ ਕਰਦੇ। ਕਿਹੜੇ ਧਰਮ ਨੂੰ ਮੰਨਣ ਵਾਲੇ ਸੀ? ਹਿੰਦੂ ਸੀ? ਹਿੰਦੂ ਜੀ ਜੀ ਜੀ। ਹੋ ਸਕਦਾ ਉਹ ਬ੍ਰਾਹਮਣਾਂ ਵਿੱਚੋਂ ਹੀ ਹੋਣ, ਵਾਜ ਦੇ ਬਾਵੇ ਹੀ ਸਨ। ਠੀਕ। ਉਹਨਾਂ ਚੋਂ ਇੱਕ ਸਾਧ ਵੀ ਬਣ ਗਿਆ ਸੀ, ਉਹਦੇ ਤੋਂ ਕਤਲ ਹੋ ਗਿਆ ਸੀ। ਉਹ ਕੀ ਨਾਮ ਸੀਗਾ ਜੀ ਉਹਦਾ? ਉਹਦਾ ਨਾਂ ਆਪਣਾ ਬਾਵੇ ਦਾ ਨਾਂ ਭੁੱਲ ਗਿਆ ਮੈਨੂੰ, ਸਰਵਣ ਦਾਸ। ਜੀ ਜੀ। ਉਹ ਆਪਣੇ ਗੁਰਦੁਆਰਾ ਨਾ ਡੇਰਾ ਘੀ ਮੰਡੀ ਅਖਾੜਾ ਅੰਮ੍ਰਿਤਸਰ ਚ ਵਿੱਚ ਮੰਤਰਿਆ ਤੇ ਹਰਿਦੁਆਰ ਵਿੱਚ ਵੀ ਉਹ ਬੰਦਾ ਮੰਤਰਿਆ। ਹੁਣ ਉਹ ਮਰ ਗਿਆ ਹੈ, ਉਹਦੇ ਭਤੀਜੇ ਭਤੂਜੇ ਹੈ ਨੇ, ਆਪਦੀ ਔਲਾਦ ਕੋਈ ਨਹੀਂ। ਉਹ ਉਦਾਸੀ ਪੰਥ ਵਿੱਚੋਂ ਸੀ। ਤੇ ਸਕੂਲ ਫਿਰ ਪਿੰਡ ਚ ਸੀਗਾ ਜੀ? ਸਕੂਲ ਉੱਥੇ ਪ੍ਰਾਇਮਰੀ ਸਕੂਲ ਲੜਕੀਆਂ, ਮਿਡਲ ਸਕੂਲ ਸਰਕਾਰੀ। ਤੇ 2 ਸਾਲ ਪਹਿਲੋਂ 1945 ਵਿੱਚ ਮੇਰੇ ਦਾਦਾ ਜੀ ਦਾ ਛੋਟਾ ਭਰਾ ਜਿਹੜਾ ਨਾ ਉਹ ਗੁਰਦੁਆਰਾ ਕਮੇਟੀ ਲਾਹੌਰ ਦਾ ਪ੍ਰਧਾਨ ਸੀ ਤੇ ਨਨਕਾਣਾ ਸਾਹਿਬ ਦਾ ਵੀ ਵਾਈਸ ਪ੍ਰੈਜ਼ੀਡੈਂਟ ਸੀ। ਕੀ ਸ਼ੁਭ ਨਾਮ ਸੀ ਜੀ ਉਹਨਾਂ ਦਾ? ਸਰਦਾਰ ਕਰਮ ਸਿੰਘ, ਜਥੇਦਾਰ ਕਰਮ ਸਿੰਘ ਲਲਿਆਣੀ। ਜੀ ਜੀ ਜੀ। ਉਹਨਾਂ ਨੇ ਫਿਰ ਜੋੜ ਮੇਲ ਨਾਲ ਖਾਲਸਾ ਹਾਈ ਸਕੂਲ ਵੀ ਉੱਥੇ ਬਣਵਾਇਆ ਸੀ, ਜਿਹੜਾ 2 ਸਾਲ ਚੱਲਦਾ ਰਿਹਾ। ਮੈਂ 2 ਸਾਲ ਉਹਦੇ ਵਿੱਚ ਪੜ੍ਹਿਆ, 5ਵੀਂ ਤੇ 6ਵੀਂ 7ਵੀਂ ਚ ਇਸ ਤਰ੍ਹਾਂ ਫਿਰ ਗੜਬੜ ਹੋ ਗਈ ਤੇ ਅਸੀਂ ਜਿਹੜਾ ਵਿਚਾਰੇ ਕੁੜੀਆਂ ਦਾ ਸਕੂਲ ਸੀ ਉਦੋਂ ਕਿਸੇ ਪਿੰਡ 'ਚ ਇਹ ਸਕੂਲ ਹੁੰਦਾ ਹੋਊਗਾ ਸ਼ਾਇਦ? ਬਸ ਵਿਰਲਾ ਹੀ ਕਿਤੇ ਕੁੜੀਆਂ ਪਿੰਡ ਦੀਆਂ ਪੜ੍ਹਨ ਜਾਂਦੀਆਂ ਸੀ? ਜਾਂਦੀਆਂ ਸੀ, ਥੋੜੀਆਂ ਜਾਂਦੀਆਂ ਸੀ, ਜਾਂਦੀਆਂ ਸੀ। ਔਰ ਟੀਚਰ ਯਾਦ ਨੇ ਜੀ ਕਿਹੜੀ ਮੈਡਮ ਪੜ੍ਹਾਉਂਦੀ ਸੀ? ਟੀਚਰ ਤਾਂ ਮੁੰਡਾ ਉਹਦਾ ਮੇਰੇ ਨਾਲ ਪੜ੍ਹਦਾ ਸੀ, ਟੀਚਰ ਦਾ ਨਾਂ ਨੂੰ ਨਹੀਂ ਯਾਦ। ਤੁਹਾਡੇ ਪਿੰਡ ਦੇ ਸੀਗੇ ਉਹ? ਨਹੀਂ, ਉਹ ਬਾਹਰੋਂ ਆਣ ਕੇ ਟੀਚਰ ਲੱਗੀ ਸੀ। ਉਹ ਜੀ ਤੁਹਾਡੇ ਟੀਚਰ ਸੀਗੇ ਜੀ? ਉਹਦੇ ਲੜਕੇ ਦਾ ਨਾਂ ਸੁਦਰਸ਼ਨ ਸੀ, ਉਹ ਮੇਰੇ ਨਾਲ ਸਾਡਾ ਕਲਾਸ ਫੈਲੋ ਵੀ ਸੀ। ਜੀ ਜੀ। ਮੁੜ ਕੇ ਕਦੀ ਮੁਲਾਕਾਤ ਨਹੀਂ ਹੋਈ? ਮੁੜ ਕੇ ਮੁਲਾਕਾਤ ਕਿੱਥੇ ਹੋਣੀ ਹੈ? ਅਸੀਂ ਯਤੀਮ ਹੋ ਗਏ ਤੇ ਰੋਲਦੇ ਖੁਲਦੇ ਪੱਟੀ ਅਪੜ